ਅਦੀਲ ਸਾਹਿਬ ਆਪਣਾ ਹੀ ਲਾਇਆ। ਅਦੀਲ ਸਾਹਿਬ ਪਤਾ ਕੀ ਗੱਲ ਜੀ हाँ जी ਇਹਨਾਂ ਨਾਲ ਗੱਲ ਕਰਨਾ ਇੰਜੀ ਹੈ ਜਿਵੇਂ ਤੁਸੀਂ ਇਹਨਾਂ ਢੋਲ ਵਜਾਣ ਦੇ ਹੋ ਕਿਸੇ ਮੱਝ ਅੱਗੇ ਸਿੰਪਲ ਗੱਲ ਟੋਂਕੇ ਹਨ ਤੇ ਨਾਲ ਹੀ ਥੱਲੇ ਕਰ ਲੈਂਦੇ ਠੀਕ ਨੇ ਹੈ ਬਾਹਾਂ ਆਪਣੀਆਂ। ਗੱਲ ਇਹ ਵਾ ਕਿ ਇਹਨਾਂ ਕੋ ਖਲੀਫਾ ਦਾ ਮਤਲਬ ਪੁੱਛ ਲਓ ਇਹਨਾਂ ਨੂੰ ਭਾਵੇਂ ਉਹ ਵੀ ਨਾ ਆਉਂਦਾ ਹੋਵੇ ਇਹ हाँ जी ਜਨਾਬ दसो मतलब ਇਬਨ ਮਾਜਾ ਸਾਹਿਬ ਤੁਸੀਂ ਪਹਿਲੇ ਇਹ ਦੱਸੋ ਵੀ ਤੁਸੀਂ ਵੀ ਇਹ ਮਿਰਜ਼ਾ ਸਾਹਿਬ ਨੂੰ ਨਬੀ ਪਾਕ ਦਾ ਖਲੀਫਾ ਮੰਨਦੇ ਹੋ ਜਾਂ ਮਿਰਜ਼ਾ ਭਾਈ ਸਾਹਿਬ ਦਾ ਖਲੀਫਾ? ਜੀ ਖਲੀਫਾ ਦਾ ਮਾਨਾ ਕਰੋ ਯਾਰ ਤੁਸੀਂ ਛੱਡੋ ਪਰਾਂ ਕੁਰਾਨ ਦਾ ਖਲੀਫਾ ਜਾਨਸ਼ੀਨ ਜਾਨਸ਼ੀਨ ਖਲੀਫਾ ਜਾਨਸ਼ੀਨ ਨੂੰ ਕਹਿੰਦੇ। ਸਿੰਪਲ ਹੋ ਗਿਆ ਜਾਨਸ਼ੀਨ ਰਸੂਲ ਪਾਕ ਸੱਲਮ ਦਾ ਤੁਸੀਂ ਵੀ ਜਾਨਸ਼ੀਨ ਹੋ ਰੂਹਾਨੀ ਕਿ ਨਹੀਂ? ਨਹੀਂ ਅਸੀਂ ਨਹੀਂ ਸਮਝਦੇ ਜੀ। ਨਹੀਂ ਸਮਝਦੇ ਤੇ ਫਿਰ ਤੁਸੀਂ ਉਮਤ ਕਿਵੇਂ ਹੋ ਗਏ ਰਸੂਲ ਪਾਕ ਸੱਲਮ ਦੀ? ਅਸੀਂ ਉਮਤ ਹੀ ਆ ਨਾ, ਉਹਨਾਂ ਦੇ ਜਾਨਸ਼ੀਨ ਖੁਲਫਾ ਰਾਸ਼ਦੀਨ ਸੀ। ਨਾਸ ਦੇ ਤਹਿਤ ਤੁਸੀਂ ਤੇ ਫਿਰ ਸ਼ਰੁਲ ਉਮਤ ਹੋ ਗਏ ਯਾਰ ਉਹ ਭਾਈ ਸਾਡੇ ਹੋਈ ਨਾ ਥੋਪੜਾ ਸਾਡੇ ਤੇ ਥੋਪੜਾ ਤੁਸੀਂ ਆਪਣਾ ਕੀਤਾ। ਮੈਨੂੰ ਸਿਰਫ ਇਹ ਦੱਸੋ ਕਿ ਮਿਰਜ਼ਾ ਸਾਹਿਬ ਕਹਿੰਦੇ ਮੈਂ ਆਖਰੀ ਖਲੀਫਾ ਇਹ ਕਿ ਨਬੀ ਪਾਕ ਦਾ ਖਲੀਫਾ ਹੋ ਗਿਆ। ਤੁਸੀਂ ਜਾਨਸ਼ੀਨ ਨਹੀਂ ਹੋ ਰਸੂਲ ਅੱਲਾਹ ਤੇ ਓ ਯਾਰ ਅਸੀਂ ਜਾਨਸ਼ੀਨ ਹੋਈਏ ਜਾਂ ਨਾ ਹੋਈਏ ਮੈਂ ਜਿਹੜੀ ਗੱਲ ਤੁਹਾਨੂੰ ਪੁੱਛ ਰਿਹਾ ਇਬਨ ਮਾਜਾ ਸਾਹਿਬ ਕਿ ਫਿਰ ਤੁਹਾਡੇ ਮਿਰਜ਼ਾ ਸਾਹਿਬ ਜੋ ਕਹਿੰਦੇ ਉਹ ਕਿਉਂ ਨਹੀਂ ਮੰਨਦੇ ਤੁਸੀਂ? ਇਹ ਦੇਖੋ ਜੀ ਗੱਲ ਪਤਾ ਕੀ ਹੈ ਮਿਰਜ਼ਾ ਸਾਹਿਬ ਤੁਹਾਡੇ ਕਹਿੰਦੇ ਨੇ ਕਿ ਮੈਂ ਆਖਰੀ ਖਲੀਫਾ ਹਾਂ, ਤੁਸੀਂ ਕਹਿ ਰਹੇ ਹੋ ਕਿ ਇਹ ਵੀ ਰਸੂਲ ਅੱਲਾਹ ਦੇ ਖਲੀਫਾ ਨੇ। ਠੀਕ ਹੈ ਨਾ ਤੁਸੀਂ ਹੁਣੇ ਖਲੀਫਾ ਦਾ ਮਾਨਾ ਕੀਤਾ ਜਾਨਸ਼ੀਨ ਦਾ ਕੀਤਾ ਨਾ इब्ने माजा साहब ਤੁਸੀਂ ਆਪਣੇ ਆਪ ਨੂੰ ਰਸੂਲ ਪਾਕ ਦਾ ਜਾਨਸ਼ੀਨ ਨਹੀਂ ਮੰਨਦੇ? ਦੱਸੋ ਜ਼ਰਾ ਕਿਉਂ ਮਾਈਕ ਮੇਰਾ ਮਿਊਟ ਕਿਉਂ ਕਰ ਰਹੇ ਹੋ? ਉਹ ਮੈਂ ਗੱਲ ਕਰਨਾ ਚਾਹਨਾ ਭਾਈ ਖਲੋ ਜਾ ਸਾਹ ਲੈ ਲੈ ਛੁਰੀ ਥੱਲੇ ਆ। ਮੈਂ ਤੁਹਾਡੇ ਕੋਲ ਇੰਨਾ ਪੁੱਛ ਰਿਹਾ ਵਾਂ ਕਿ ਇਹ ਤੁਸੀਂ ਆਣ ਕੇ ਹੁਣ ਨਵਾਂ ਇੱਥੇ ਕੀਦਾ ਲਿਖ ਕੇ ਲਾ ਦਿੱਤਾ। ਮਿਰਜ਼ਾ ਸਾਹਿਬ ਕਹਿੰਦੇ ਰਹੇ ਕਿ ਮੈਂ ਖਲੀਫਾ ਵਾ ਆਖਰੀ। ਤੂੰ ਸਾਹ ਹੀ ਨਹੀਂ ਲੈਂਦਾ, ਤੂੰ ਇੰਜ ਜਿਵੇਂ ਪਤਾ ਨਹੀਂ ਤੈਨੂੰ ਕਿਸੇ ਨੇ ਲੱਤੋਂ ਖਿੱਚਿਆ ਏ। ਯਾਰ ਠੀਕ ਹੈ ਫਿਰ ਇੱਕ ਬੰਦਾ ਗੱਲ ਕਰ ਲਓ ਨਾ ਜਿਹਨੇ ਕਰਨੀ, ਤੂੰ ਦੋ ਬੋਲੀ ਜਾਂਦੇ ਹੋ ਵਿੱਚ। ਹਾਂ ਜੀ ਤੁਸੀਂ ਕਰ ਲਓ ਗੱਲ, ਕਰੋ ਗੱਲ। ਅਦੀਲ ਸਾਹਿਬ ਇਹਨਾਂ ਦੇਖੋ ਜੀ ਗੱਲ ਆਇਆ ਵਾ ਕਿ ਇਹਨਾਂ ਨੇ ਇਹ ਮੈਨਾ ਕੀਤਾ ਜੀ ਖਲੀਫਾ ਦੇ ਮਾਨੇ ਹੁੰਦੇ ਨੇ ਜਾਨਸ਼ੀਨ। ਅੱਲਾਹ ਤਾਲਾ ਨੇ ਹਜ਼ਰਤ ਆਦਮ अलैहिस्सलातु वस्सलाम ने कुरान करीम च अपना जानशीन किया ते लफ्ज़ की इस्तेमाल फरमाया खलीफा दा ते ये भी माना कर रहे ने खलीफा दा माना जानशीन। रूहानी लिहाज ने ये भी जानशीन ने, ठीक है जी। जिस्मानी लिहाज ना जानशीन रसूल पाक सल्लल्लाहु अलैहि वसल्लम दे रूहानी लिहाज जिस्मानी लिहाज ना जानशीन सन वो तो बचपन च फौत हो गए सन। बाकी सारी दी सारी उम्मत जी रसूल पाक सल्लल्लाहु अलैहि वसल्लम दी रूहानी जानशीन है। क्यों कुरान अपने इब्न माजा साहब भाई एक रसीद दोवें जाने जरा म्यूट करो ना जरा मेरे बाप साहब मैं ਤੁਹਾਡੀਆਂ 2 ਘੰਟੇ ਦੀ ਗੱਲਾਂ ਸੁਣਨੇ ਆ ਯਕੀਨ ਕਰੋ 5 ਮਿੰਟ ਦੀ ਗੰਮ ਸੀ ਤੁਹਾਡੇ ਨਾਲ ਨਾਸਰ ਸਾਹਿਬ ਗੱਲ ਕਰਨੇ ਨਾ ਮਿਊਟ ਕਰੋ ਜਰਾ ਮਿਊਟ ਕਰੋ ਅਦੀਲ ਭਾਈ 1 ਮਿੰਟ ਮੈਂ ਤੁਹਾਨੂੰ ਕੁਰਾਨ ਦੀ ਆਇਤ ਸੁਣਾਉਣ ਲੱਗਾ ਕੁਰਾਨ ਦੀ ਆਇਤ सबर करो यार आज ना करा करो मतलब खलीफा है लेकिन जो खलीफा तो रसूलुल्लाह के मैं ऊपर मैं आपको ये अदील भाई ये उमर बाप यार मैं म्यूट किया एक मिनट मैं म्यूट किया खुद मैं म्यूट करन दिया। उमेर साहब हुण तुहां बोलना नहीं है, तुहाडा बिल्कुल हक नहीं बोलन दा है। अपना मौलवी साहब दे कोल स्पीकर बड़ा तगड़ा है, मौलवी साहब बोलन ते इब्न माजा साहब बोलन, तुसां नहीं बोलना है। तुहाडी बड़ी मेहरबानी, जे कोई अहमदी बोलेगा तो मैं निबड़दा दा पई, तुसां बिल्कुल नहीं बोलना। मैं जाना तो मेरा काम जाने। हाँ जी इब्ने माजा साहब करो गल। जज़ाकल्लाह जी गल है देखो जी अल्लाह ताला ने रसूल दियां बीवियां नूं मावां क्या उत्थे सारे जाने तर्जमा करदे ने इहदा माना रूहानी मावां ने। ਜਦੋਂ ਨਬੀ ਦੀ ਬੀਵੀ ਸਾਡੀ ਰੂਹਾਨੀ ਮਾਂ ਹੋਈ ਤੇ ਅਸੀਂ ਨਬੀ ਦੇ ਰੂਹਾਨੀ ਜਾਨਸ਼ੀਨ ਨਾ ਹੋਏ। ਸਿੰਪਲ ਗੱਲ ਹੈ, ਕੁਰਾਨ ਕਰੀਮ ਨੇ ਬਿਆਨ ਫਰਮਾ ਦਿੱਤਾ। ਠੀਕ ਹੈ ਨਾ। ਅਗਰ ਅਸੀਂ ਕੋਈ ਲਾ ਦਈਏ ਉੱਥੇ ਕੋਈ ਪੋਸਟਰ ਲਾ ਦਈਏ ਜਨਾਬ ਇਹਨਾਂ ਨੂੰ ਇਤਰਾਜ਼ ਹੋ ਜਾਂਦਾ। ਉਹ ਤੁਹਾਡਾ ਇਤਰਾਜ਼ ਨਾ ਤੁਸੀਂ ਆਪਣੇ ਘਰ ਜਾ ਕੇ ਰੱਖੋ ਯਾਰ, ਉੱਥੇ ਜਾ ਕੇ ਕਰੋ ਤੁਸੀਂ ਆਪਣੀਆਂ ਬਰਾਡਾਂ ਦੇ ਉੱਤੇ। ਨਹੀਂ ਅਸੀਂ ਤੇ ਇੱਥੇ ਹੀ ਕਰਾਂਗੇ। ਅਸੀਂ ਤਾਂ ਜਿਹੜੇ ਕੀ ਕਰਨਾ ਨਾ ਕੀ ਕਰਨਾ ਅਸੀਂ ਇਤਰਾਜ਼। ਅੱਛਾ ਤੁਹਾਡੀ ਗੱਲ ਹੋ ਗਈ ਕੰਪਲੀਟ ਹੁਣ ਕੇ ਰਹਿੰਦੀ ਹੈ? ਹੋ ਗਈ ਮੇਰੇ ਖਿਆਲ ਕੰਪਲੀਟ। ਮਾਈਕ ਮਿਊਟ ਕਰ ਲਿਆ ਜੇ। ਅੱਛਾ ਜੀ ਇਹ ਤੁਸੀਂ ਆਪਣੀ ਤਰਫੋਂ ਜੋ ਤਸ਼ਰੀਹ ਕੀਤੀ ਆ, ਸਾਡੇ ਤੇ ਕੋਈ ਫਰਜ਼ ਨਹੀਂ ਕਿ ਤੁਹਾਡੀ ਤਸ਼ਰੀਹ ਮੰਨੀ ਹੈ, ਲੇਕਿਨ ਜਿਹੜੀ ਤੁਸੀਂ ਤਸ਼ਰੀਹ ਕੀਤੀ ਆ ਕਿ ਜੀ ਸਾਰੀ ਉਮਤ ਹੀ ਨਬੀ ਪਾਕ ਦੀ ਰੂਹਾਨੀ ਜਾਨਸ਼ੀਨ ਹੁੰਦੀ ਹੈ ਜੀ, ਤੇ ਤੁਸੀਂ ਕਿਹਾ ਜੀ ਜਿਸਮਾਨੀ ਖਲੀਫੇ ਜਿਹੜੇ ਜਿਸਮਾਨੀ ਜਾਨਸ਼ੀਨ ਸੀ ਉਹ ਤਾਂ ਖੁਲਫਾ ਰਾਸ਼ਦੀਨ ਸਨ, ਲੇਕਿਨ ਬਾਕੀ ਸਾਰੀ ਉਮਤ ਜਿਹੜੀ ਆ ਉਹ ਰੂਹਾਨੀ ਜਾਨਸ਼ੀਨ ਨੇ। ਤੇ ਤੁਹਾਡੇ ਮਿਰਜ਼ਾ ਸਾਹਿਬ ਦਾ ਜਿਹੜਾ ਦਾਵਾ ਵਾ ਉਹ ਰੂਹਾਨੀ ਜਾਨਸ਼ੀਨ ਹੋਣ ਦਾ ਸੀ ਜਾਂ ਜਿਸਮਾਨੀ ਜਾਨਸ਼ੀਨ ਹੋਣ ਦਾ ਸੀ? ਇਹਦਾ ਜਵਾਬ ਦਿਓ ਮੈਨੂੰ ਜ਼ਰਾ। ਖੋਲੋ ਮਾਈਕ ਮੇਰੇ ਮਾਜੋ।
ਹਾਂਜੀ ਗੱਲ ਤੇ ਹੋ ਰਹੀ ਹੈ ਖਲੀਫਾ ਦੇ ਲਫ਼ਜ਼ ਦੇ ਉੱਤੇ। ਤੁਹਾਨੂੰ ਜੀ ਜੀ ਉਹੀ ਗੱਲ ਹੋ ਰਹੀ ਹੈ। ਮੈਨੂੰ ਮੇਰੀ ਗੱਲ ਦਾ ਜਵਾਬ ਦਿਓ ਇਬਨ ਮਾਜਾ ਸਾਹਿਬ, ਜਿਹੜੀ ਗੱਲ ਤੁਹਾਨੂੰ ਹੁਣ ਜਵਾਬ ਆਇਆ ਕੋਈ ਨਹੀਂ, ਤੁਸੀਂ ਟੁਰ ਪਏ ਜਨਾਬ ਹਜ਼ਰਤ ਉਹ ਮਸੀਹ ਮੈਂ ਤੁਹਾਨੂੰ ਪੁੱਛ ਰਿਹਾ ਕਿ ਮਿਰਜ਼ਾ ਸਾਹਿਬ ਦਾ ਜਿਸਮਾਨੀ ਜਾਨਸ਼ੀਨ ਹੋਣ ਦਾ ਦਾਵਾ ਸੀ ਜਾਂ ਰੂਹਾਨੀ, ਇਹ ਦੱਸ ਦਿਓ ਜਨਾਬ। ਦੋਵੇਂ ਦਾਅਵੇ ਸਨ, ਦੋਵੇਂ ਤੇ ਦਾਅਵੇ ਹੁਣੀ ਤਾਂ ਤੁਸੀਂ ਕਹਿ ਰਹੇ ਸੀ ਕਿ ਜਿਸਮਾਨੀ, ਅੱਛਾ ਜਿਸਮਾਨੀ ਜਾਨਸ਼ੀਨ ਸੀ ਮਿਰਜ਼ਾ ਸਾਹਿਬ, ਮਿਰਜ਼ਾ ਸਾਹਿਬ ਜਿਸਮਾਨੀ ਜਾਨਸ਼ੀਨ ਸੀ। ਉਹ ਸਬਰ ਤੇ ਕਰ ਲਿਓ ਯਾਰ, ਗੱਲ ਤੇ ਮੁਕੰਮਲ ਯਾਰ, ਹੱਦ ਹੋ ਗਈ ਯਾਰ। ਮੈਂ ਕਿਹਾ ਜੀ ਭਾਵੇਂ ਜਿਸਮਾਨੀ ਮੰਨ ਲਓ ਤੇ ਭਾਵੇਂ ਮੰਨ ਲਓ ਰੂਹਾਨੀ, ਠੀਕ ਹੈ ਨਾ। ਤੁਸੀਂ ਗੱਲ ਹੀ ਨਹੀਂ ਪੂਰੀ ਸੁਣੀ, ਤੁਸੀਂ ਅਸੀਂ ਨਹੀਂ, ਜੋ ਹੈ ਨੇ ਮਿਰਜ਼ਾ ਸਾਹਿਬ, ਤੁਸੀਂ ਇੱਕ ਮੌਕਾ ਦੱਸ ਦਿਓ ਕਿ ਜਿਸਮਾਨੀ ਸੀ ਜਾਂ ਰੂਹਾਨੀ ਸੀ। ਯਾਰ ਇਹ ਤਾਂ ਮੌਜੂ ਗੁਫ਼ਤਗੂ ਹੀ ਨਹੀਂ, ਮੌਲੀ ਸਾਹਿਬ ਭਾਈ ਇਹ ਤਾਂ ਗੁਫ਼ਤਗੂ ਦਾ ਮੌਜੂ ਹੈਗਾ, ਹੁਣ ਕਹਿ ਰਹੇ ਹੋ ਮੌਜੂ ਗੁਫ਼ਤਗੂ ਹੀ ਨਹੀਂ। ਮੌਜੂ ਉਦੋਂ ਤਾਂ ਬੜਾ ਤੁਸੀਂ ਛਾਲ ਮਾਰ ਲਈ ਸੀ ਵਿੱਚ, ਖਲੀਫਾ ਦਾ ਮਾਨੀ ਦੱਸੋ ਜੀ, ਖਲੀਫਾ ਦਾ ਮਾਨੀ ਦੱਸੋ। ਖਲੀਫਾ ਦੇ ਲਫ਼ਜ਼ ਤੇ ਇਤਰਾਜ਼ ਹੈ, ਤੁਹਾਨੂੰ ਮੈਂ ਮਾਨੇ ਦੱਸ ਰਿਹਾ, ਠੀਕ ਹੈ ਨਾ। ਮੈਂ ਕਿਹਾ ਜੀ ਭਾਵੇਂ ਮੈਨੂੰ ਤੁਸੀਂ ਇਹ ਦੱਸੋ, ਠੀਕ ਹੈ ਦੱਸ ਦਿੱਤੇ, ਮੈਨੂੰ ਇਹ ਦੱਸੋ ਕਿ ਮਿਰਜ਼ਾ ਸਾਹਿਬ ਦਾ ਕੀ ਕਲੇਮ ਸੀ, ਉਹ ਜਿਸਮਾਨੀ ਖਲੀਫਾ ਹੋਣ ਦਾ ਕਲੇਮ ਸੀ ਜਾਂ ਰੂਹਾਨੀ ਹੋਣ ਦਾ ਸੀ। ਦੇਖੋ ਜੀ ਗੱਲ ਪਤਾ ਕੀ ਹੈ, ਕੁਰਾਨ ਕਰੀਮ ਨੇ ਖਲੀਫਾ ਦੇ ਫਰਾਇਜ਼ ਵੀ ਦੱਸੇ ਨੇ ਯਾਰ। ਉਹ ਜੋ ਵੀ ਨੇ ਮੈਂ ਉਹ ਨਹੀਂ ਪੁੱਛਿਆ, ਮੈਂ ਉੱਤੇ ਸਵਾਲ ਹੀ ਨਹੀਂ ਕੀਤਾ, ਮੈਂ ਸਿਰਫ ਇੰਨਾ ਪੁੱਛਿਆ ਪਹਿਲੇ ਪੋਜੀਸ਼ਨ ਕਲੀਅਰ ਕਰੋ, ਉਹ ਬਾਕੀ ਬਾਅਦ ਚ ਵੇਖਾਂਗੇ ਕਿ ਉਹਨਾਂ ਦਾ ਕੀ ਦੱਸਿਆ ਤੇ ਕੀ ਨਹੀਂ ਦੱਸਿਆ। ਜਿਸਮਾਨੀ ਖਲੀਫਾ ਹੋਣ ਦਾ ਦਾਵਾ ਸੀ ਮਿਰਜ਼ਾ ਸਾਹਿਬ ਦਾ ਜਾਂ ਰੂਹਾਨੀ ਮੰਨੀਏ ਜਾਂ ਜਿਸਮਾਨੀ ਮੰਨੀਏ, ਤੁਹਾਨੂੰ ਇਤਰਾਜ਼ ਹੈ, ਤੁਸੀਂ ਇਤਰਾਜ਼ ਭਾਈ ਜੋ ਮਰਜ਼ੀ ਮੰਨੋ, ਤੁਸੀਂ ਜੋ ਮਰਜ਼ੀ ਮੰਨੋ, ਮੈਨੂੰ ਦੱਸ ਤਾਂ ਦਿਓ ਨਾ ਅਗਲੇ ਬੰਦੇ ਨੂੰ ਵੀ ਕਿਹੜਾ ਦਾਵਾ ਸੀ। ਤੁਹਾਨੂੰ ਮੈਂ ਕਿਹਾ ਇਬਨ ਮਾਜਾ ਸਾਹਿਬ, ਇਬਨ ਮਾਜਾ ਸਾਹਿਬ ਤੁਸੀਂ ਜੋ ਮਰਜ਼ੀ ਮੰਨੋ, ਉਹ ਨਹੀਂ ਗੱਲ ਹੈ, ਲੇਕਿਨ ਕੀ ਮੰਨਦੇ ਹੋ ਇਹ ਤਾਂ ਦੱਸ ਦਿਓ। ਇਬਨ ਮਾਜਾ ਸਾਹਿਬ, ਇਬਨ ਮਾਜਾ ਸਾਹਿਬ ਮਿਊਟ ਕਰੋ ਇੱਕ ਮਿੰਟ, ਤੁਸੀਂ ਵੀ ਮਿਊਟ ਕਰੋ ਮੌਲਵੀ ਸਾਹਿਬ, ਮੌਲਵੀ ਸਾਹਿਬ ਮਿਊਟ ਕਰੋ। ਹਾਂਜੀ ਗੱਲ ਇਹ ਵੇ ਕਿ ਟੌਪਿਕ ਜਿਹੜਾ ਨਾ ਉਹ ਮਿਰਜ਼ਾ ਸਾਹਿਬ ਨਹੀਂ ਹੈ। ਜੇ ਤੇ ਤੁਸੀਂ ਮਿਰਜ਼ਾ ਸਾਹਿਬ ਨੂੰ ਮੰਨਦੇ ਹੋ ਤੇ ਗੱਲ ਤੁਸੀਂ ਕਰ ਸਕਦੇ ਹੋ, ਤੇ ਜੇ ਤੁਸੀਂ ਉਹਨਾਂ ਨੂੰ ਮੰਨਦੇ ਨਹੀਂ ਤੇ ਗੱਲ ਨਹੀਂ ਕਰ ਸਕਦੇ। ਹੋ ਗਈ ਗੱਲ ਤੁਹਾਡੀ ਜੀ। ਹਾਂਜੀ ਇਹ ਤਸਵੀਰ ਲਾਓ ਫਿਰ, ਇਹ ਤਸਵੀਰ ਲਾਓ ਫਿਰ। ਇਹ ਨਹੀਂ ਜੇ ਲੱਥ ਸਕਦੀ ਕਿਆਮਤ ਦੀਆਂ ਕੰਧਾਂ ਤੱਕ। ਇਹ ਕਿਉਂ ਨਹੀਂ ਲੱਥ ਸਕਦੀ ਜਦੋਂ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਭਾਈ ਫਿਰ ਤੁਸੀਂ ਮਿਰਜ਼ਾ ਸਾਹਿਬ ਦੇ ਖਿਲਾਫ ਕਿਉਂ ਕਰ ਰਹੇ ਹੋ, ਮਿਰਜ਼ਾ ਸਾਹਿਬ ਦੇ ਖਿਲਾਫ ਕਿਉਂ ਕਰ ਰਹੇ ਹੋ। ਨਾ ਇਹ ਫੋਟੋ ਲਵਾਉਣ ਦੀ ਤੇ ਮੇਰੇ ਕੋਲ ਲਵਾ ਕੇ ਵਿਖਾਓ, ਜੇ ਤੁਹਾਡੇ ਜੁਰਤ ਹੈ ਨਾ ਤੇ ਮੇਰੇ ਕੋਲ ਫੋਟੋ ਲਵਾਓ। ਇਹ ਮੇਰੀ ਬਰੋਡ ਹੈ, ਮੈਂ ਚਲਾਣੀ ਤੁਹਾਡੇ ਲੇਕਿਨ ਜਿਵੇਂ ਮੇਰਾ ਦਿਲ ਕਰੇ ਤਾਂ ਮੈਂ ਆਪਣੀ ਲਾਵਾਂ, ਮੈਂ ਆਪਣੇ ਖਲੀਫਾ ਦੀ ਲਾਵਾਂ। ਮੇਰੇ ਕੋਲ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਫੋਟੋ ਹੁੰਦੀ ਤੇ ਮੈਂ ਸਭ ਤੋਂ ਪਹਿਲਾਂ ਉਹ ਫੋਟੋ ਲਾਂਦਾ। ਅਦੀਲ ਸਾਹਿਬ ਫੋਟੋ ਤੁਸੀਂ ਲਾ ਲਓ, ਫੋਟੋ ਦੀ ਮੈਂ ਨਹੀਂ ਗੱਲ ਕੀਤੀ। ਮੇਰੀ ਬਰੋਡ ਦੇ ਉੱਤੇ ਮੈਨੂੰ ਕੋਈ ਬੰਦਾ ਡੱਕ ਨਹੀਂ ਸਕਦਾ। ਮਾਂ ਦਾ ਓਏ ਅੱਛਾ ਯਾਰ ਸੁਣ ਲਿਆ ਯਾਰ, ਜਿਹੜਾ ਮੈਨੂੰ ਡੱਕ ਜਾਵੇ ਕਿ ਮੈਂ ਆਪਣੀ ਬਰੋਡ ਦੇ ਉੱਤੇ ਜੋ ਮਰਜ਼ੀ ਕਰਾਂ, ਮੇਰੀ ਬਰੋਡ ਹੈ। ਮੈਂ ਅੱਛਾ ਠੀਕ ਆ ਨਾ, ਸੁਣ ਲਈ ਤੇਰੀ ਗੱਲ, ਮੇਰੀ ਵੀ ਤਾਂ ਸੁਣ ਲਾ ਨਾ। ਮੈਂ ਤੈਨੂੰ ਮੌਲਵੀ ਸਾਹਿਬ ਮੈਂ ਆਪਣੇ ਅਹਿਮਦੀ ਬੰਦਿਆਂ ਕੋਲ ਨਹੀਂ ਡੱਕਿਆ ਗਿਆ ਤਾਂ ਮੈਂ ਤੇਰੇ ਕੋਲ ਕਿੱਥੋਂ ਡੱਕਿਆ ਜਾ। ਠੀਕ ਆ ਨਾ ਡੱਕਿਆ ਜਾ, ਮੈਂ ਤੈਨੂੰ ਕਿਦੋਂ ਕਹਿਣ ਡਿਆ ਤਸਵੀਰ ਲਾ। ਮੈਂ ਇਹਨਾਂ ਕੋਲ ਨਹੀਂ ਡੱਕਿਆ ਗਿਆ, ਮੈਂ ਤੇਰੇ ਕੋਲ ਕਿੱਥੋਂ ਡੱਕਿਆ ਜਾਣਾ ਯਾਰ। ਤੂੰ ਕਰਦਾ ਗੱਲਾਂ ਕਿਹੋ ਜੀਆਂ ਵੇ ਪਿਆ, ਆਪਣੀ ਤੂੰ ਮੌਕਾ ਪੇਸ਼ ਕਰ। ਜੇ ਕੋਈ ਗੱਲ ਕਰਨੀ ਆ ਕਰ ਯਾਰ, ਜੇ ਨਹੀਂ ਕਰਨੀ ਭਾਈ ਮਾਈਕ ਬੰਦ ਕਰਕੇ ਮੈਂ ਕਰਾਂ ਮੌਕਾ ਪੇਸ਼, ਮਾਈਕ ਬੰਦ ਕਰਕੇ ਕਰਾਉਣਾ ਜੀ। ਮੇਰੀ ਫੋਟੋ ਦੇ ਉੱਤੇ ਗੱਲ ਨਹੀਂ ਤੂੰ ਕਰਨੀ ਹੈ ਭਾਈ। ਮੈਂ ਤੈਨੂੰ ਗੱਲ ਅਗਲੀ ਦੀ ਸੁਣਨੀ ਨਹੀਂ ਹੁੰਦੀ, ਤੁਸੀਂ ਤਕਰੀਰ ਵਿੱਚ ਕਰੀ ਜਾਂਦੇ ਹੋ, ਕਰੀ ਜਾਂਦੇ ਹੋ, ਕਰੀ ਜਾਂਦੇ ਹੋ। ਤੂੰ ਸਮਝ, ਤੇਰੇ ਵਾਸਤੇ ਫੋਟੋ। ਓ ਯਾਰ ਮੈਂ ਨਹੀਂ ਕਹਿੰਦਾ ਤੈਨੂੰ ਫੋਟੋ ਲਾਣ ਦਾ, ਗੱਲ ਤੇ ਸੁਣ ਲਾ। ਹਾਂ ਬਸ ਮੈਂ ਗੱਲ ਸੁਣਦੇ ਨਹੀਂ ਹੈ ਕਿ ਵਿੱਚ ਬੋਲੀ ਜਾਂਦੇ ਮੇਰਾ ਦਿਲ ਕਰੇ ਤਾਂ ਮੈਂ ਉਹ ਯਾਰ ਫੋਟੋ ਤੂੰ ਲਾਈ ਰੱਖ, ਤੈਨੂੰ ਕਿੰਨੇ ਕਿਹਾ ਫੋਟੋ ਦਾ ਲਾਈ ਰੱਖ, ਤੂੰ ਫੋਟੋ ਅਗਲੇ ਦੀ ਸੁਣਦੇ ਨਹੀਂ ਹੈ ਤੁਸੀਂ। ਹਾਂ ਬਸ ਆਪਣੀ ਫੋਟੋ ਤੂੰ ਲਾਈ ਰੱਖ, ਜੇ ਫੋਟੋ ਭਾਈ ਓ ਯਾਰ ਸੁਣ ਵੀ ਤਾਂ ਲਾ ਲਾ, ਹੁਣ 5 ਮਿੰਟ ਹੋ ਗਏ ਬੋਲੀ ਜਾਣਾ ਤੂੰ। ਲੇਕਿਨ ਮੇਰੀ ਡੀਪੀ ਦੇ ਉੱਤੇ ਗੱਲ ਨਾ ਕਰ, ਮੈਂ ਜੋ ਮੇਰਾ ਦਿਲ। ਓ ਭਾਈ ਮੈਂ ਨਹੀਂ ਕਰਨ ਡਿਆ, ਫਿਰ ਬਾਰ-ਬਾਰ ਗੱਲ ਤਾਂ ਸੁਣਦਾ ਨਹੀਂ ਹੈ ਤੂੰ, ਤੇ ਬਸ ਬਿਨਾ ਬ੍ਰੇਕ ਛੁੱਟੀ ਕਰ। ਸਾਹਿਬ ਖੋਲੋ ਮਿਊਟ, ਖੋਲੋ ਮਿਊਟ। ਜਨਾਬ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਆ ਉਤਲੇ ਜਿਹੜੇ ਲਫ਼ਜ਼ ਨੇ ਇਹ ਸਹੀ ਕਰ ਲਓ। ਫੋਟੋ ਲਾਈ ਰੱਖੋ ਤੁਸੀਂ, ਇੱਥੇ ਲਿਖੋ ਕਿ ਮਿਰਜ਼ਾ ਸਾਹਿਬ ਦੇ ਜਾਨਸ਼ੀਨ ਨੇ, ਮਿਰਜ਼ਾ ਸਾਹਿਬ ਦੇ ਖਲੀਫਾ ਨੇ। ਮਿਊਟ ਕਰੋ ਇੱਕ ਮਿੰਟ ਜੀ, ਮਿਊਟ। ਅਦੀਲ ਸਾਹਿਬ ਜਦੋਂ ਤੁਸੀਂ ਮਿਰਜ਼ਾ ਸਾਹਿਬ ਦੇ ਖਿਲਾਫ ਕਰ ਰਹੇ ਹੋ ਗੱਲ, ਮੇਰੀ ਨਹੀਂ ਮੰਨੀ ਤਾਂ ਆਪਣੇ ਮਿਰਜ਼ਾ ਸਾਹਿਬ ਦੀ ਮੰਨ ਲਓ। ਮਿਊਟ ਕਰੋ ਜੀ, ਮਿਊਟ ਕਰੋ। ਮਲਵਾਣਾ ਸਾਹਿਬ ਇੰਜ ਨਾ ਕਰੋ। ਓ ਯਾਰ ਮਲਵਾਣਾ ਸਾਹਿਬ, ਇੱਕ ਤਾਂ ਤੁਸੀਂ ਸਾਨੂੰ ਤਕਲੀਫ ਦੇ ਰਹੇ ਹੋ, ਤਾਂ ਮਿਰਜ਼ਾ ਸਾਹਿਬ ਦੀ ਵੀ ਨਹੀਂ ਮੰਨ ਰਹੇ। ਤੁਸੀਂ ਕੌਣ ਹੋ? ਕਮ ਸੇ ਕਮ ਆਪਣੀ ਮਿਰਜ਼ਾ ਸਾਹਿਬ ਦੀ ਮੰਨ ਲਓ। ਉਹ ਯਾਰ ਰਸੂਲ, ਉਹ ਯਾਰ ਰਸੂਲ ਹੋ ਗਈ ਆ ਸਾਡੇ ਮਿਰਜ਼ਾ ਸਾਹਿਬ ਜਿਹੜੇ ਉਹ ਸਾਰੀ ਜ਼ਿੰਦਗੀ ਕਹਿੰਦੇ ਗਏ ਨੇ ਕਿ ਮੈਂ ਆਖਰੀ ਖਲੀਫਾ। ਓਏ ਗੱਲ ਸੁਣ ਤੁਸੀਂ ਹੁਣ ਆ ਕੇ ਇਹਨਾਂ ਨੂੰ ਵੀ ਖਲੀਫਾ ਬਣਾ ਦਿਓ ਜੀ, ਇਹ ਵੀ ਰਸੂਲਾਂ ਦੇ ਖਲੀਫੇ ਨੇ। ਸੱਚੇ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣ ਵਾਲੇ ਅਸੀਂ ਆ। ਓਏ ਯਾਰ ਮੈਂ ਸਭ ਤੋਂ ਵੱਡਾ ਸੱਚਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣ ਵਾਲਾ, ਜਿਹਨੇ ਮੰਨ ਕੇ ਮੰਨ ਲਿਆਂਦਾ ਹਜ਼ਰਤ ਇਮਾਮ ਮਹਿਦੀ। ਓ ਯਾਰ ਤੂੰ ਜੋ ਮਰਜ਼ੀ ਦਾਅਵੇ ਕਰੀ ਜਾ,
ਆ ਤੇ ਤੇਰਾ ਦਾਵਾ ਤੇ ਨਹੀਂ ਨਾ ਮੰਨਣਾ, ਮੈਂ ਆਪਣੀ ਮੈਂ ਮਰਜ਼ੀ ਕਰਨੀ ਓਏ ਮਿਰਜ਼ਾ ਸਾਹਿਬ ਦੀ ਤੇ ਮੰਨ ਲਓ, ਮੇਰਾ ਨਾਮ ਮੰਨੋ, ਮਿਰਜ਼ਾ ਸਾਹਿਬ ਦੀ ਮੰਨ ਲਓ। ਤੇਰੀ ਮੈਂ ਥੋੜੀ ਮੰਨਣੀ ਹੈ। ਫਿਰ ਇਸ ਤੋਂ ਹੁਣ ਅੱਗੇ ਤੈਨੂੰ ਆਖਰੀ ਯਾਰ ਅਦੀਲ ਸਾਹਿਬ ਮੇਰੀ ਨਾ ਮੰਨੋ, ਮੈਂ ਨਹੀਂ ਮਨਾਉਂਦਾ ਆਪਣੀ, ਮਿਰਜ਼ਾ ਸਾਹਿਬ ਦੀ ਤੇ ਮੰਨ ਲਓ। ਮਲਵਾਣਾ ਸਾਹਿਬ ਜੇ ਗੱਲ ਕਰਨੀ ਜੇ ਤਾਂ ਠੀਕ ਹੈ, ਜੇ ਨਹੀਂ ਜੇ ਕਰਨੀ ਤਾਂ ਜਾਓ ਭਾਈ। ਉਹ ਭਾਈ ਤੂੰ ਮੈਨੂੰ ਲਾ ਦੇ ਥੱਲੇ, ਧਮਕੀ ਕਿਹੜੀ ਗੱਲ ਦੀ ਹੈ? ਤੁਸੀਂ ਨਾ ਆਪਣੇ ਮਿਰਜ਼ਾ ਸਾਹਿਬ ਦੀ ਮੰਨਦੇ ਹੋ, ਨਾ ਤੁਸੀਂ ਕਿਸੇ ਦੀ ਮੰਨਦੇ ਹੋ। ਕੀ ਹੋਇਆ? ਕੀ ਚੀਜ਼ਾਂ ਹੋ ਤੁਸੀਂ? ਫੋਟੋ ਮੇਰੀ ਡੀਪੀ, ਉਹ ਤੇਰੀ ਫੋਟੋ ਤੇ ਆਪਣੇ ਮਿਰਜ਼ਾ ਸਾਹਿਬ ਦੀ ਤੇ ਮੰਨ ਲਾ। ਤੂੰ ਤਾਂ ਜਿੱਥੇ ਮੇਰਾ ਇਨਕਾਰ ਕਰੀ ਜਾਣਾ, ਨਾਲ ਮਿਰਜ਼ਾ ਸਾਹਿਬ ਦਾ ਵੀ। ਮੇਰੀ ਬਰੋਟ ਮੇਰਾ ਅਦੀਲ। ਜੋ ਮਰਜ਼ੀ ਮੈਂ ਲਾਵਾਂ। ਅਦੀਲ ਇੱਕ ਮਿੰਟ ਇੱਕ ਮਿੰਟ ਅਦੀਲ ਇੱਕ ਮਿੰਟ ਠਹਿਰ ਜੀ, ਉਹ ਬੜਾ ਸੌਖਾ ਜਿਹਾ ਦੱਸ ਠਹਿਰਨਾ ਨਹੀਂ ਹੈ, ਠਹਿਰਨਾ ਨਹੀਂ ਹੈ। ਮੇਰੀ ਜੇ ਨਹੀਂ ਠਹਿਰਨਾ ਫਿਰ ਮਾਈਕ ਨਾ ਬੰਦ ਕਰ। ਜਿਵੇਂ ਦਿਲ ਕਰੇ ਤਾਂ ਮੈਂ ਕਿਸੇ ਬੰਦੇ ਨੂੰ ਅਦੀਲ ਸਾਹਿਬ, ਜਿਵੇਂ ਦਿਲ ਕਰ, ਪਰ ਆਪਣੇ ਅਦੀਲ ਸਾਹਿਬ ਬਿਹਤਰ ਹੈ ਮਿਰਜ਼ਾ ਸਾਹਿਬ ਦੀ ਵੀ ਨਹੀਂ ਮੰਨਣ ਦਾ, ਤੁਹਾਨੂੰ ਮਿਰਜ਼ਾ ਸਾਹਿਬ ਦੀ ਕਹਿਣਾ ਮੰਨੋ। ਅੱਜ ਬੈਸੀ ਕਰਨ ਦਾ ਬਿਹਤਰ ਹੈ ਜੀ। ਤੂੰ ਨਹੀਂ ਨਾ ਬੰਦੀ ਗੱਲ, ਆਖਰੀ ਚਾਂਸ ਸੀ ਬਸ। ਚਲੋ ਜੀ ਠੀਕ ਕੀਤਾ ਜੀ ਭਾਈ ਜੀ, ਮਿਊਟ ਕਰ ਲਓ ਜੀ। ਵੇਖ ਓ ਯਾਰ ਅਦੀਲ ਬੜਾ ਸੌਖਾ ਹੱਲ ਸੀ, ਇਹਨੂੰ ਕਹਿੰਦੇ ਆ ਵੀ ਤੂੰ ਇਸ ਤਰ੍ਹਾਂ ਕਰ। ਇੱਕ ਮਿੰਟ ਤੂੰ ਪੂਰੀ ਉਮਤ ਮੁਸਲਮਾਨ ਨੂੰ ਇਕੱਠੀ ਕਰਕੇ ਤੇ ਇੱਕ ਖਲੀਫਾ ਲਿਆ ਕੇ ਤੇ ਮਨਵਾ ਲੈ। ਸਾਹਿਬ ਜੀ ਠਹਿਰ ਜੋ ਤੁਸੀਂ ਕੀ ਹੋ ਗਿਆ ਤੁਹਾਨੂੰ? ਮੈਂ ਵੀ ਉਹੀ ਸੌਖੀ ਗੱਲ ਦੱਸਣ ਡਿਆ, ਸਾਡੇ ਖਲੀਫੇ ਵਕਤ ਦਾ ਚੈਲੰਜ ਹੈ ਕਿ ਉਮਤ ਮੁਸਲਮਾਨ ਇਕੱਠੀ ਹੋ ਕੇ ਇੱਕ ਖਲੀਫਾ ਤੁਹਾਨੂੰ ਦੱਸ ਦੇ ਕਿ ਇਹ ਇਹਨਾਂ ਦਾ ਖਲੀਫਾ। ਮੇਰੀ ਬਰੋਡ ਹੈ ਯਾਰ, ਜਿਵੇਂ ਮੇਰਾ ਦਿਲ ਕਰੇ ਮੈਂ ਚਲਾਵਾਂ, ਤੁਹਾਨੂੰ ਕੀ ਮਸਲਾ ਵੇ? ਮੈਂ ਇਹਨੂੰ ਦਿਨੇ ਚਲਾਵਾਂ, ਇਹਨੂੰ ਮੈਂ ਰਾਤੀ ਚਲਾਵਾਂ, ਮੈਂ ਇਹਨੂੰ ਸ਼ਾਮ ਨੂੰ ਚਲਾਵਾਂ। अस्सलाम वालेकुम। ਮੇਰਾ ਮੌਕਾ ਵਧਾਣਾ ਤੁਸੀਂ ਕੌਣ ਹੁੰਦੇ ਹੋ? ਅਦੀਲ ਭਾਈ ਇਹਨਾਂ ਨੂੰ ਜਿਹੜਾ ਇਤਰਾਜ਼ ਹੈ ਨਾ ਕਿ ਹਜ਼ਰਤ ਖਲੀਫਾ ਮਿਰਜ਼ਾ ਮਸਰੂਰ ਅਹਿਮਦ ਜਿਹੜੇ ਨੇ ਰਸੂਲ ਅੱਲਾਹ ਦੇ ਖਲੀਫਾ ਨਹੀਂ, ਗਲਤ ਫਹਿਮੀ ਹੈ। ਮਿਰਜ਼ਾ ਸਾਹਿਬ ਉਹ ਖਲੀਫਾ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਮੁੰਤਖਬ ਕੀਤਾ ਹੈ। ਉਹ ਆਇਆ ਵੇ ਮੈਨੂੰ ਸਮਝਾਣ। ਉਹ ਤੂੰ ਮੈਂ ਆਪਣੇ ਅਹਿਮਦੀਆਂ ਦੀ ਨਹੀਂ ਅਸਦਾ ਸਮਝਿਆ, ਤੂੰ ਮਾਮਾ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ? ਮਲਵਾਣਾ ਸਾਹਿਬ ਸਾਡੇ ਕੋਲ ਕਹਿੰਦਾ ਜੀ ਇਹਨਾਂ ਨੂੰ ਰਸੂਲ ਅੱਲਾਹ ਦਾ ਖਲੀਫਾ ਨਾ ਲਿਖੋ, ਹੋਰ ਕਿਹਦੇ ਖਲੀਫਾ ਲਿਖੀਏ? ਨਹੀਂ ਇੱਕ ਹੋਰ ਗੱਲ ਸੁਣੋ, ਚਲੋ ਇਸ ਵਿੱਚ ਗੱਲਾਂ ਚੋਂ ਗੱਲ ਹੀ ਨਿਕਲਦੀ ਹੈ ਕਿ ਰਸੂਲ ਅੱਲਾਹ ਜਿਹੜਾ ਨਹੀਂ ਕਾਲੂ ਸਾਹਿਬ ਇੱਕ ਮਿੰਟ ਗੱਲ ਇਹ ਵੇ ਕਿ ਰਸੂਲ ਅੱਲਾਹ ਹਜ਼ਰਤ ਮਸੀਹ ਮੌਦ ਅਲੈਹਿ ਸਲਾਤੁ ਵਸਲਾਮ ਵੀ ਤੇ ਰਸੂਲ ਅੱਲਾਹ ਹੀ ਨੇ, ਉਹ ਰਸੂਲ ਭਾਈ ਉਹ ਰਸੂਲ ਅੱਲਾਹ ਦੀ ਨੇ, ਕਹਿੰਦਾ ਰਸੂਲ ਅੱਲਾਹ ਨਾ ਲਿਖੋ ਭਾਈ, ਉਹ ਰਸੂਲ ਅੱਲਾਹ ਨਹੀਂ ਨੇ। ਤਾਹਰ ਸਾਹਿਬ ਨੂੰ ਮੌਕਾ ਦਿਓ ਯਾਰ ਗੱਲ ਕਰਨ ਦਾ, ਬੜੀ ਦੇਰ ਦੇ ਚੁੱਪ ਕਰਕੇ। ਤਾਹਰ ਸਾਹਿਬ ਜੀ अस्सलाम वालेकुम। ਹਾਂਜੀ ਕਰੋ ਗੱਲ। ਨਹੀਂ ਚੀਜ਼ਾਂ ਬੜੀਆਂ ਸਿੰਪਲ ਹੁੰਦੀਆਂ ਨੇ, ਜਦੋਂ ਇਹਨਾਂ ਦੇ ਮੁਤਾਲਬਾਤ ਇਹਨਾਂ ਦੀ ਖਾਹਿਸ਼ਾਤ ਮੰਨਣ ਲੱਗਣ ਤੇ ਇਹ ਤੇ ਸਾਹ ਲੈਣ ਦੀ ਵੀ ਇਜਾਜ਼ਤ ਨਾ ਦੇਣ। ਤੇ ਇੱਕ ਮੌਕਫ ਹੈ ਕਿ ਸਾਡੇ ਉਹ ਇਮਾਮ ਨੇ, ਖਲੀਫਾ ਵਕਤ ਨੇ, ਹਾਂਜੀ, ਤੇ ਉਹਦੇ ਤੇ ਇਤਰਾਜ਼ ਕਰਨਾ, ਫੱਪੀਆਂ ਕੱਸਣੀਆਂ, ਇੱਕ ਨਾਨ ਇਸ਼ੂ ਨੂੰ ਇਸ਼ੂ ਬਣਾ ਕੇ ਤੇ ਉੱਥੇ ਕੜਮਾਸ ਪਾਣਾ, ਔਰ ਮੁਸਲਸਲ ਜਿਹੜੇ ਦੂਸਰੇ ਨੇ ਖਾਮੋਸ਼ ਬੈਠੇ ਨੇ ਇੱਕ ਇੱਕ ਗੱਲ ਤੇ ਇਤਰਾਜ਼ ਕਰਨਾ, ਇਹ ਜ਼ਾਹਿਰ ਹੈ ਇਸ ਚੀਜ਼ ਦਾ ਨਤੀਜਾ ਹੈ ਕਿ ਤੁਸੀਂ ਸੰਜੀਦਾ ਗੁਫ਼ਤਗੂ ਅੱਗੇ ਵਧਾਣਾ ਹੀ ਨਹੀਂ ਚਾਹੁੰਦੇ। ਆ ਤੇ ਨਾ ਵਧਾਣਾ ਹੀ ਨਾ ਕਰਾਂ ਤੇ ਉਹੀ ਨਜ਼ਰ ਆ ਰਿਹਾ। ਅਸੀਂ ਇੱਥੇ ਬਹਿਸ ਖਤਮ ਨਾ ਕਰ ਛੜਾਂਦੇ, ਅਸੀਂ ਕਿਉਂ ਆਗਾ ਕਰਨੀ ਹੈ? ਅਸੀਂ ਭੈਣ ਪਾਣਾ ਇੱਥੇ, ਸਾਡਾ ਵੀ ਦਿਮਾਗ ਨਾਲ ਹੀ ਏ, ਅਸੀਂ ਵੀ ਨਾਲ ਹੀ ਬੜਾ ਅੱਛਾ ਲੱਗਿਆ। ਇਹ ਅਸਦ ਮਿਰਜ਼ਾ ਸਾਹਿਬ ਆਏ ਨੇ, ਇਹਨਾਂ ਨਾਲ ਕਰੋ। ਤਾਹਰ ਸਾਹਿਬ ਤੁਸੀਂ ਬੜੀ ਦੇਰ ਦੇ ਚੁੱਪ ਕਰਕੇ ਬੈਠੇ ਹੋ, ਅਸਦ ਮਿਰਜ਼ਾ ਸਾਹਿਬ ਨਾਲ ਗੱਲ ਕਰੋ। ਇਹਨਾਂ ਦੇ ਸਵਾਲ ਬੜੇ ਹੁੰਦੇ ਨੇ, ਇਹਨਾਂ ਦੇ ਸਵਾਲ ਨਹੀਂ ਖਤਮ ਹੁੰਦੇ, ਇਹਨਾਂ ਨਾਲ ਗੱਲ ਕਰੋ। ਗੱਲ ਨਹੀਂ दिल भाई मैं तो सिर्फ अभी देखने आया हूँ यार, मैं सिर्फ देख रहा हूँ अभी। ਅੱਜ ਕੀ ਹੁਣ ਚਾਲ ਲੱਥ ਗਿਆ ਤੁਹਾਡਾ? ਮੇਰੇ ਖਿਆਲ ਤੁਸੀਂ ਥੱਲੇ ਸੁਣ ਕੇ ਨਾ ਤੇ ਤੁਸੀਂ ਥੱਕ ਗਏ। ਹੁਣ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੋਣਾ ਕੋਈ ਵੀ, ਬਸ ਉਹਨੂੰ ਹੀ ਬਸ ਲਾਲਾ ਲਾਲਾ ਕੀਤੀ 2 ਦਿਨ ਹੋਏ ਹਨ, ਮੈਨੂੰ ਜੀ ਕੋਈ ਜਵਾਬ ਨਹੀਂ ਦਿੰਦਾ। ਹੁਣ ਦਿੰਦੇ ਆ ਜਵਾਬ, ਲਵੋ ਜਵਾਬ ਕਰੋ ਗੱਲ। ਤੁਹਾਨੂੰ ਐਸ ਸਭ ਤੁਹਾਨੂੰ ਕਹਿ ਰਿਹਾ। ਮੈਂ ਕਿਹੜੇ ਟਾਈਮ ਮੁਹੱਲਾ ਵਾਲਾ ਮਚਾਤੀ ਆ? ਮੈਂ ਕਿਹੜੇ ਟਾਈਮ ਕਹਿਤਾ ਕਿ ਮੇਰੇ ਕੋਲ ਬੜੇ ਸਵਾਲ? ਤੁਸੀਂ ਕੱਲ ਵੀ ਆਏ ਹੋ, ਤੁਸੀਂ ਆਖਿਆ ਜੀ ਮੈਨੂੰ ਜਵਾਬ ਨਹੀਂ ਦਿੰਦੇ। ਮੇਰੀ ਗੱਲ ਸੁਣੋ ਅਦੀਲ ਭਾਈ, ਮੇਰੀ ਗੱਲ ਸੁਣੋ। ਜਵਾਬ ਦੇਣ ਲੱਗਿਆ ਤੇ ਹੁਣ ਤੁਸੀਂ ਭੱਜਦੇ ਕਿਉਂ ਹੋ? ਅਦੀਲ ਭਾਈ ਮੈਂ ਦੇਖੋ ਕੈਸੀ ਫਜ਼ੂਲ ਗੱਲ ਕਰਨ ਦੇ ਹੋ ਤੁਸੀਂ, ਆਪਣਾ ਥੋੜਾ ਪਾਰਾ ਠੰਡਾ ਕਰੋ ਪਹਿਲੇ, ਅੱਛੀ ਗੱਲ ਨਹੀਂ ਹੈ। ਅਗਰ ਤੁਸੀਂ ਹੋਸਟ ਹੋ, ਮੈਂ ਤੁਹਾਨੂੰ ਸਵੇਰ ਵੀ ਕਿਹਾ ਸੀ ਥੋੜਾ ਦਿਲ ਵੱਡਾ ਕਰਿਆ ਕਰੋ, ਇਖਲਾਕ ਅੱਛਾ ਰੱਖਿਆ ਕਰੋ, ਅੱਛੀ ਗੱਲ ਨਹੀਂ ਹੈ ਭਾਈ। ਇਖਲਾਕ ਮੇਰਾ ਬੜਾ ਆਲਾ ਕਿਸਮ ਦਾ। ਦੇਖੋ ਮੇਰੀ ਗੱਲ ਸੁਣੋ, ਤੁਹਾਨੂੰ ਟਿਕਟੌਕ ਤੇ ਮੇਰੇ ਇਖਲਾਕ ਦਾ ਬੰਦਾ ਨਹੀਂ ਜੇ ਲੱਭਣਾ। ਸਰ ਮੇਰੀ ਗੱਲ ਸੁਣੋ, ਮੇਰੇ ਆਂਦੇ ਹੀ ਤੁਸੀਂ ਮੈਨੂੰ ਹਲਾ ਵੀ ਸੁਣਾਤੀ ਹੈ ਕਿ ਤੁਹਾਡੇ ਮੈਂ ਉਹੀ ਗੱਲਾਂ ਕੀਤੀਆਂ ਜਿਹੜੀਆਂ ਤੁਸੀਂ ਮੇਰੇ ਨਾਲ ਕੱਲ ਦੇ ਕਰਨ ਡਏ ਹੋ। ਸਰ ਮੇਰੀ ਗੱਲ, ਮੈਂ ਤੁਹਾਨੂੰ ਕੀ ਯਾਰ ਕਮਾਲ ਹੋ ਗਈ ਯਾਰ। ਵੈਸੇ ਉਸ ਤੋਂ ਹਟ ਕੇ ਕੋਈ ਗੱਲ ਨਹੀਂ ਕੀਤੀ। ਮੈਨੂੰ ਮੈਂ ਰਿਸਪੈਕਟ ਕਰਨਾ ਤੇ ਮੈਂ ਐਕਸਪੈਕਟ ਵੀ ਕਰਨਾ, ਠੀਕ ਹੈ? ਤੇ ਹਲਾ ਜਾਂ ਬੜਾ ਮੈਨੂੰ ਇਹ ਅੱਛੀ ਗੱਲ ਨਹੀਂ ਹੈ। ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਕਰਨਾ ਚਾਹੁੰਦੇ ਮੈਂ ਹੁਣੇ ਲੀਵ ਕਰਕੇ ਨਿਕਲ ਜਾਣਾ ਵਾ, ਲੇਕਿਨ ਅਗਰ ਮੈਂ ਇੱਥੇ ਹੈ ਵਾ ਇਹ ਹਲਾ ਵਰਡ ਮੈਂ ਤੁਸੀਂ अच्छा ठीक है। प्यारे भाई एस साहब, आप कोई बात करना चाहते हैं तो करें,
اب آپ آ گئے ہیں نا, 2 دن پہلے کل بھی آپ آئے تھے, تو آج صبح بھی آئے تھے, تو آپ بات کرنا چاہتے تھے, تو اب آپ آئے ہیں, آپ دوست بھی بیٹھے ہوئے ہیں, اب آپ کی کوئی موقف ہے, بات ہے تو کریں. مجھے ٹھیک ہے, کون بھائی بات کر رہے ہیں, مجھے سمجھ نہیں آ رہی, میں دیکھ رہا میں ہوں. وہی بات کر رہا ہوں جس کے ساتھ ہوسٹ بات کر رہا ہے. اچھا, عدیل بھائی کے ساتھ آپ بات کر رہے ہیں. عدیل بھائی بول رہا ہے. عدیل بھائی ایڈا میٹھا ہو گیا ایک دم. جی, آپ کہہ رہے ہیں نا ایسے بات کریں, تو میں ویسے بات کرنے لگ گیا ہوں نہیں جیسے آپ کو چاہیے. بسم اللہ, میں بھائی خادم آپ کے بچوں کا بھی, بس یہ ہے کہ میں نے, اگر آپ کو لگے گا نا کہ میں بدتمیزی کر رہا ہوں, 1 منٹ سے پہلے مجھے آپ اتار دینا. لیکن یہ جو آپ مجھے کہہ رہے ہیں نا, وہ ٹھیک نہیں ہے. لائک آپ بلا وجہ اس طرح, آپ خود کو ٹھنڈا پانی پیئیں ذرا تھوڑا. نہیں, میں نے پانی, میں بھائی بہت دفعہ پانی پی چکا ہوں, آپ مجھے پانی نہ پلائیں, آپ خود پی لیں جی آپ کو ضرورت ہے تو. میں تو بھائی آپ کو بھائیوں کی طرح ہی کہہ رہا ہوں. بہرحال مجھے لگ میں رہا ہے بھی آپ بھائی کا کہہ رہا ہوں آپ کو. تھوڑا موڈ آف ہی ہے آپ کا. چلو کوئی نہیں, ٹھیک ہو جائے گا, ہم ایکسپیکٹ کرتے ہیں. چلے, شکریہ آپ کا, کوئی بات ہے تو کریں. نہیں, میں نے نا پوچھنا تھا, سارے بھائی ہیں یہاں پہ, تو ہاں جی, مجھے تھوڑی سی کنفیوژن ہے, کیونکہ میں نے کبھی کسی قادیانی سے, سوری, کسی احمدی جماعت کے بندے سے بات کی نا, تو وہ 3 کلیمز مجھے ابھی تک مطلب ملے ہیں. ایک تو نبوت کا کلیم ہے مرزا صاحب کی طرف سے, ایک وہ کہتے ہیں یہ امام مہدی ہیں, اور وہ ساتھ یہ بھی کلیم کرتے ہیں کہ جو عیسیٰ ابن مریم ہے نا, وہ بھی یہی ہیں. تو میرا سوال ہے, کیا میں ٹھیک کہہ رہا ہوں یہ بات؟ دل بھائی آپ کسی کو انتخاب کر لیں جو جواب دے دے. اگر نہیں, آپ آپ نے بات کرنی ہے کیونکہ آپ کافی دیر سے بیٹھے ہوئے ہیں, آپ کو موقع دینا ہے آپ بات کرنے کا, آپ کریں بات. دیکھیں اس میں یہ ہے کہ انسان ایک بیک وقت مختلف رولز میں ہوتا ہے. بھائی بھی ہوتا ہے, بیٹا بھی ہوتا ہے, باپ بھی ہوتا ہے, شوہر بھی ہوتا ہے, سیاستدان بھی ہو سکتا ہے, ڈاکٹر بھی ہو سکتا ہے. بیک وقت وہ کئی مناصب پر فائز ہوتا ہے. اس میں قدم کوئی تضاد نہیں ہوتا. جیسے ایک ڈاکٹر ہے, وہ دوسرا بھی کوئی کام سر انجام دیتا ہے, بیک وقت ہو سکتا ہے. اسی طرح مرزا غلام احمد قادیانی علیہ السلام ہمارے نزدیک وہی رہنما ہیں جن کی پیشن گوئی ہمارے آقا و مولا حضرت محمد مصطفیٰ احمد مجتبیٰ صلی اللہ علیہ وآلہ وسلم نے کی تھی. وہ امام مہدی کہیے, مسیح کہیے, مسیل مسیح کہیے, یا مجدد کہیے, یا کسی بھی نام سے پکار لیں, ہمارے نزدیک وہی شخصیت ہے. ٹھیک ہے اور بھائی, جی بسم اللہ, آپ کریں بات. جی, تو باقی سوری شور ہو رہا ہے وہ کوکر. اور بات یہ ہے کہ مرزا صاحب کے بارے میں کہ کس نبوت کا دعویٰ کیا ہے, میں مرزا صاحب کے اس دعوے کو بہت سنجیدگی سے لینا چاہیے. مرزا صاحب کے خود الفاظ ہیں کہ میں ذلی طور پر نبی ہوں, بروزی طور پر نبی ہوں, غیر حقیقی طور پر نبی ہوں, مجازی طور پر نبی ہوں, عکسی طور پر نبی ہوں. اور اس کا انہوں نے یہی کہا ہے کہ جیسے مسلمانوں میں یا صوفیاء کے یہاں عام مفہوم ہے فنا فی رسول, میں حضرت اقدس مسیح موعود علیہ الصلوۃ والسلام مرزا غلام محمد قادیانی علیہ الصلوۃ والسلام کے کسی بھی دعوے کو نہ کم کرنا چاہتا ہوں, نہ زیادہ کرنا چاہتا ہوں, نہ اس سے کوئی فرق پڑتا ہے, نہ میری کوئی اوقات ہے. لیکن یہ ہے کہ مخالفین ہوں, چاہے وہ اس کو جس مرضی اعتراض کے رنگ میں دیکھیں, حضرت مسیح موعود علیہ الصلوۃ والسلام اپنے آقا و مولا حضرت محمد مصطفیٰ احمد مجتبیٰ صلی اللہ علیہ وآلہ وسلم کی کامل غلامی میں ہیں, ان کے نوکر ہیں, ان کے خادم ہیں. وہ خود فرماتے ہیں کہ اس نور پر فدا ہوں, اس کا ہی میں ہوا ہوں, وہ ہے میں چیز کیا ہوں, بس فیصلہ یہی ہے. یہ فیصلہ کر چکے ہیں. اور جانو دلم فدائے جمال محمد است, خاکم نثار کوچائے آل محمد است. تو غلام کی, خادم کی شان یہ ہوتی ہے کہ وہ کتنے عالی شان آقا کا غلام ہے. تو حضرت مرزا صاحب نے جو مقام پایا ہے, جو مرتبہ پایا ہے, وہ آن حضرت صلی اللہ علیہ وآلہ وسلم کی کامل تابعداری میں, ان کی غلامی میں ہی وہ فخر محسوس کرتے ہیں. اس میں قطعاً کوئی اضطراب نہیں. آپ کی یہ میں بات, اپنا ایک دفعہ کوشچن پھر سے ریپیٹ کر دیتا ہوں کہ مرزا صاحب جو ہیں وہ نبی پاک صلی اللہ علیہ وسلم کے خلیفہ ہیں, یا وہ اٹ سیلف نبی ہیں؟
دیکھیں آپ نے ان کے خلیفہ ہیں, انہوں نے خود کہا ہے, وہ رسول اکرم صلی اللہ علیہ وآلہ وسلم کو اللہ تبارک تعالیٰ نے اسوہ حسنہ قرار دیا ہے. اسوہ حسنہ سے مراد ہے رول ماڈل قرار دیا ہے. ہر مسلمان جو اسلام کی راہ پر, اللہ کی راہ پر چلنا چاہتا ہے, اس کی پوری جدوجہد ہونی چاہیے کہ وہ اسوہ اپنائے جو رسول اکرم صلی اللہ علیہ وآلہ وسلم نے شو کیا ہے. اس سر جی لحاظ میری بات سنیں, یہ تو 5ویں کلاس میں جو بک پڑھتے ہیں نا اسلامیات کی, اس میں بھی وہ ہے بھی یہی آتا ہے کہ نبی پاک صلی اللہ علیہ وسلم کی زندگی ہمارے لیے بہترین اسوہ حسنہ ہے. وہ بے نہیں میں شک. پوچھ رہا, میرا جی سوال آپ سے یہ ہے کہ مرزا صاحب جو ہیں وہ خلیفہ ہیں یا نبی ہیں؟ وہ خلیفہ بھی ہیں, وہ ذلی, بروزی, غیر حقیقی, عکسی, غیر مستقل امتی بھی ہیں, نبی بھی ہیں. اس اس کی میں اس کی کوئی دیکھیں تضاد نہیں ہے. بالکل ایک چھوٹے بھائی کی طرح میرا آپ سے ایک سوال ہے کہ مجھے اس کی ہی کیا بولتے ہیں اس کو, آپ کہہ دیں کہ ایکسپلینیشن میں کوئی ایک حدیث بتاتے ہیں جہاں پہ نبی پاک صلی اللہ علیہ وسلم نے فرمایا ہو کہ جو میرا خلیفہ ہے, میرے بعد 12 خلیفہ, اور جو میرا 12واں خلیفہ ہے وہ میرا خلیفہ بھی اور وہ نبی بھی ہے. نبی مطلب بہت ساری ایسی حدیث مسلم کی میں 73 ہے کہ جس میں آنے والے عیسیٰ ابن مریم کو نبی اللہ نبی اللہ نبی اللہ کہہ کر پکارا گیا. اس طرح کی بھی حدیث ملتی ہے, اور میرے اور اس کے درمیان کوئی نبی نہیں ہے. یہ میں بات کر رہا ہوں 12ویں خلیفہ کی, اور آپ کر رہے ہیں حضرت عیسیٰ کی بات. بھائی حضرت عیسیٰ علیہ السلام, دیکھیں یہاں پر جو ایک کنفیوژن کریٹ ہوتی ہے یا مختلف جو آراء سامنے آتی ہیں, مختلف رائے سامنے آتی ہیں, وہ یہ آتی ہیں کہ یہ مسیح موعود کہا جاتا ہے, جس کا مطلب پرومس مسایا, وہ مسیح جس کا وعدہ کیا گیا تھا. وہ ہمارے نزدیک وہ شخصیت حضرت مرزا غلام احمد قادیانی علیہ السلام کی ہے. جو میرا ٹھیک ہے, میں نے جو آپ کو پہلے کویشچن کیا تھا, ابھی آپ پہلے آپ 2 in 1 کہہ رہے تھے, میرا مطلب میری صرف بات پہنچانے کے لیے لفظ استعمال کر رہا ہوں, مطلب ڈس رسپیکٹ کرنا نہیں ہے, اللہ معاف کرے. پہلے آپ 2 in 1 کہہ رہے تھے, اب آپ 3 in 1 کہہ رہے ہیں مرزا صاحب کو. آپ ان کو امام مہدی بھی کہہ رہے ہیں, آپ ان کو نبی بھی کہہ رہے ہیں, اور اب آپ ان کو عیسیٰ ابن مریم بھی کہہ رہے ہیں, دوسرے والے. جی دیکھیں, میں صرف 2 in 1 یا 3 in 1 نہیں, میں پتہ نہیں 100 in 1 کہہ لیں یا 1000 in 1 کہہ لیں. تو آپ کا جو عقیدہ ہے ہمارے سارے آنکھوں پہ, لیکن آپ اس کو کہیں سے تو لے رہے ہیں نا. جی جی, وہ مجھے دکھائے نا کہیں پہ, میرے پاس بالکل یہ کچھ نہ کچھ کھلا ہے. میں ابھی اس پہ ڈبل چیک کر لیتا ہوں آپ کس حدیث کا مجھے ریفرنس دیتے ہیں. آپ جو 1000 in 1 کہہ رہے ہیں نا, اتنے دعوے تو نبی پاک صلی اللہ علیہ وسلم نے بھی نہیں کیے ہوں گے. مطلب جو آپ کہہ رہے ہیں نا 1000 وہ تو سراج منیر ہے, سورج کی کرنوں کا کوئی انتہا نہیں ہے, اس کا احاطہ ممکن نہیں ہے. ان کو اللہ تعالیٰ نے ان کو سراج منیر کہا ہے, نور کا سورج قرار دیا ہے, تو ان کی کرنوں کا تو یہ اللہ نے قرار دیا, تعین نہیں کیا جا سکتا. انہوں نے تو اپنے بارے میں اتنے دعوے نہیں کیے جتنے آپ نے کہہ دیے ہیں. مجھے کچھ اس میں کوئی تضاد نہیں ہے. دیکھیں جس طرح, اگر آپ یہ دیکھیں میری بات سنیں, میں نے دیکھیں کوئی جذباتی بات تو ہم کر نہیں رہے. جی میں ایکسپیکٹ کر رہا ہوں کہ آپ میرے ساتھ اچھی بات کر رہے ہیں, اللہ آپ کو صحت تندرستی دے, تو آپ مجھے جو بات کر رہے ہیں اس کا مجھے دیں, وہ ریفرنس دیں 1000 in 1 کا. السلام علیکم. نبیل ڈپٹی بھائی یار 1 منٹ رک جائیں یار پلیز. جی جی, میرا ایک موقف ہے بس. جی مجھے سمجھ نہیں آ رہی کہ کون بات کرنا چاہ رہا ہے. میں بات کر رہا ہوں طاہر بھائی, آپ میں نبیل بات کرنا چاہ رہا ہوں, میرا ایک موقف ہے بس, مجھے چانس دے دیں. ٹھیک ہے, میں پھر خاموش ہو جاتا ہوں, آپ کر لیں بھائی. نبیل صاحب, وہ ان دونوں کی بات ہو رہی ہے, آپ تھوڑا خاموش ہو جائیں, بعد میں بات کر لینا یار. اس طرح تہذیب نہیں ہے کہ بیچ میں. اچھا تھوڑی دیر رک جائیں. طاہر بھائی اگر اسد صاحب اگر اجازت دیں گے نا تو پھر کر لینا بات. سر جی, نبیل بھائی اگر آپ کی چھوٹی تھوڑی بات ہے تو آپ بسم اللہ کر لیں, کیونکہ مجھے لگتا ہے ہماری بات تھوڑی لمبی ہو جائے گی. آپ کر لیں, میں خاموش ہو جاتا ہوں. میں بھائی جان یہ آپ سے ایک عرض کرنا چاہ رہا تھا کہ میں آپ کی بروڈ پہ آیا ہوں پہلی بار. تو یہ عزیز بھائی نے جو ڈی پی لگائی ہوئی ہے جس پہ لکھا ہے حضرت مرزا غلام احمد قادیانی. السلام علیکم. ہیلو
हेलो, सुन रहे हैं मेरी बात? जी जी सुन रहे हैं। मेरी आवाज आ रही है आप लोगों को? आ रही है। अदील भाई चुप कर दो तुसी। हाँ जी, तो ये आपकी बात खत्म हो गई है आपस में? मैं जरा उधर गया था, अभी आया हूँ, तो क्या बात खत्म हो गई है ताहिर साहब? अभी तो शुरू भी नहीं हुई। दिल भाई कितने चल गए थे तुसी? वो बात नबील साहब कह रहे थे, उन्होंने कोई जरूरी बात करनी है तो हम खामोश नबील हो भाई गए। यार आप करें ना बात प्लीज। जी जी, मैं अर्ज करना चाह रहा था कि ये दिल भाई ने जो डीपी लगाई है, जो ये लिखा हुआ हजरत मिर्जा गुलाम अहमद कादियानी, तो मैं ये पूछना चाह रहा था कि ये सूरों का सूर जो है, ये किसकी तस्वीर, किस सूर की है? तो यार इररिलेवेंट बातें ना करो यार। हाँ, ये सुनना चाहते थे तुम, इसीलिए कह रहे थे कि इसे वो लगाओ, हैं? ये यार, इसकी ये असद तरबियत साहब, है। और असद साहब सुबह भी आपको कहा था कि ये कतूरे साथ ना लाया करें। सर मेरी बात सुने, एक मिनट मेरी बात सुने। ठीक है, आपने उसको मौका दिया, आपको पता था कि इसने ये बकवास करनी है। एक मिनट, आप मुझ पर इल्जाम लगा रहे हैं। मैं अल्लाह को हाजिर नाजिर जान के कहता हूँ मैं इस बंदे को नहीं जानता। तो फिर आपको मौका नहीं देना चाहिए ना, हमें पता है हमने किसे मौका देना, किसे नहीं पहले देना। मैं इंटरप्ट नहीं करता। आइंदा आप एहतियात करना, नहीं, मैं नहीं आपको करूंगा। मौका दे तो आप मैंने करें आपको सर। बोला कि मैं अल्लाह को हाजिर नाजिर जान के कह रहा हूँ कि मैंने बात जारी रखी अपनी मैं प्लीज। माजरत चाहता हूँ।